उन्होंने खिलाफ केएमपी के उतरे किसान 24 घंटे ਦੇ ਲਈ केएमपी ਨੂੰ ਕਰਨਗੇ ਜਾਮ। ਹਰਿਆਣਾ ਪੁਲਿਸ ਵੱਲੋਂ ਲੋਕਾਂ ਨੂੰ केएमपी ਵੱਲ ਨਾ ਜਾਣ ਦੀ ਸਲਾਹ। ਗੁਰੂਗ੍ਰਾਮ ਜੇਲ੍ਹ ਦੇ ਵਿੱਚ ਧਾਰਾ 144 ਲਾਗੂ। केएमपी ਦੇ ਧਰਨੇ ਦੇ ਵਿੱਚ ਸ਼ਾਮਿਲ ਹੋਵੇਗਾ ਲੱਖਾ ਸਦਾਣਾ। ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ ਲਟਕ ਰਹੀ ਹੈ ਗ੍ਰਿਫਤਾਰੀ ਦੀ ਤਲਵਾਰ। ਕੱਲ ਸੰਗਰੂਰ ਤੋਂ ਵੱਡੇ ਕਾਫਲੇ ਦੇ ਨਾਲ ਦਿੱਲੀ ਪਹੁੰਚਿਆ ਸੀ ਲੱਖਾ ਸਦਾਣਾ। ਸਿੱਧੀ ਅਦਾਇਗੀ ਦੇ ਰੇਟ ਕੇ ਵਿਚਾਲੇ ਪੰਜਾਬ ਦੇ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ। ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਕਣਕ, ਪਰ ਆੜ੍ਹਤੀਆਂ ਦੀ ਹੜਤਾਲ ਬਣ ਸਕਦੀ ਹੈ ਪਰੇਸ਼ਾਨੀ। ਸਿੱਧੀ ਅਦਾਇਗੀ ਦੇ ਖਿਲਾਫ ਹੜਤਾਲ ਤੇ ਪੰਜਾਬ ਭਰ ਦੇ ਆੜ੍ਹਤੀਏ। ਅਗਲੀ ਰਣਨੀਤੀ ਦੇ ਲਈ ਲੁਧਿਆਣਾ ਦੇ ਵਿੱਚ ਅੱਜ ਆੜ੍ਹਤੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ। ਮੁੱਖ ਮੰਤਰੀ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਨਹੀਂ ਸੁਲਝਿਆ ਮਸਲਾ। ਆੜ੍ਹਤੀਆਂ ਦੀ ਹੜਤਾਲ ਦਾ ਹਰਿਆਣਾ ਦੇ ਵਿੱਚ ਵੀ ਅਸਰ। ਕਰਨਾਲ ਮੰਡੀ ਦੇ ਵਿੱਚ ਕਿਸਾਨਾਂ ਨੇ ਖੁਦ ਲਾਇਆ ਤੋਲ। ਹੜਤਾਲ ਕਰਕੇ ਨਹੀਂ ਹੋ ਰਹੀ ਖਰੀਦ। ਸਿੱਧੀ ਅਦਾਇਗੀ ਦਾ ਆੜ੍ਹਤੀ ਕਰ ਰਹੇ ਨੇ ਵਿਰੋਧ। ਦੂਜੇ ਰਾਜਾਂ ਤੋਂ ਕਣਕ ਲਿਆ ਕੇ ਵੇਚਣ ਵਾਲਿਆਂ ਤੇ ਸ਼ਿਕੰਜਾ। ਫੂਡ ਸਪਲਾਈ ਵਿਭਾਗ ਨੇ 3 ਫਰਮਾਂ ਤੇ ਦਰਜ ਕੀਤਾ ਪਰਚਾ। 2 ਬਠਿੰਡੇ ਦੀਆਂ ਫਰਮਾਂ ਤੇ 1 ਫਿਰੋਜ਼ਪੁਰ ਦੀ ਫਰਮ ਤੇ ਕਾਰਵਾਈ। ਕੋਟਕਪੁਰਾ ਗੋਲੀकांड ਮਾਮਲੇ ਦੇ ਵਿੱਚ ਹਾਈ ਕੋਰਟ ਨੇ ਰੱਦ ਕੀਤੀ ਐਸਆਈਟੀ ਦੀ ਰਿਪੋਰਟ। ਨਵੀਂ ਐਸਆਈਟੀ ਬਣਾਉਣ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਰੱਖਣ ਦੇ ਦਿੱਤੇ ਹੁਕਮ। ਪੀੜਤ ਪਰਿਵਾਰ ਬੋਲੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਦਿਆਂਗੇ ਚੁਣੌਤੀ। ਕੋਰੋਨਾ ਨੇ ਫਿਰ ਲਗਵਾਏ ਸਕੂਲਾਂ ਨੂੰ ਤਾਲੇ। ਹਰਿਆਣਾ ਦੇ ਵਿੱਚ 8ਵੀਂ ਤੱਕ ਦੇ ਸਕੂਲ ਤੇ ਹਿਮਾਚਲ ਦੇ ਵਿੱਚ ਸਾਰੇ ਵਿਦਿਅਕ ਅਦਾਰੇ ਬੰਦ। ਤਾਂ ਦਿੱਲੀ ਦੇ ਵਿੱਚ ਵੀ ਅਗਲੇ ਹੁਕਮਾਂ ਤੱਕ ਸਕੂਲ ਕਾਲਜ ਖੋਲਣ ਤੇ ਲੱਗੀ ਰੋਕ। ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਹੋਇਆ ਕੋਰੋਨਾ। ਨਾਗਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਹੋਏ ਭਾਗਵਤ। ਆਰਐਸਐਸ ਨੇ ਜਾਰੀ ਕੀਤਾ ਬਿਆਨ, ਕਿਹਾ ਭਾਗਵਤ ਦੀ ਹਾਲਤ ਠੀਕ। सोमवार तो पीजीआई चंडीगढ़ ਦੇ ਵਿੱਚ ओपीडी ਬੰਦ। कोरोना करके प्रशासन ने लिया फैसला। सत श्री अकाल, तुसीं वेख रहे हो न्यूज़ 18 पंजाब हरियाणा हिमाचल। मैं हां नवजोत कौर। बुलेटिन विच सब तो पहला गल करांगे किसानां दे अज लाउण जाण वाले धरने दी। खेती कानूनां दे खिलाफ कुंडली मानेसर पलवल एक्सप्रेसवे ते अज किसान उतरनगे और 24 घंटे दे लई केएमपी नूं जाम कीता जावेगा। हरियाणा पुलिस वल्लों ट्रैफिक एडवाइजरी जारी कर दी गई है। लोगों को केएमपी वाल ना जाण देण दी सलाह दी गई है। गुरुग्राम दे विच 144 धारा भी लागू कर दी गई है और 5 लोगों के इकट्ठ ते रोक लगा दी गई है। इस एडवाइजरी दे विच सारे जिक्र किए गए ने। इस दे नाल डंडे ले जाण ते भी रोक होवेगी और खेती कानूनां दे खिलाफ 26 नवंबर तो दिल्ली दे बॉर्डरां ते किसान डटे हुए ने। 22 जनवरी तो बाद किसानां ते सरकार विचाले कोई गलबात नहीं हुई, कोई मीटिंग नहीं हुई। ते तुहानूं दस दईए कि अज किसानां वल्लों एक होर एक्शन प्लान विढ़िया गया है और ਅੱਜ ਦੇ ਐਕਸ਼ਨ ਪਲਾਨ ਦੇ ਵਿੱਚ केएमपी ਨੂੰ ਘੇਰਨ ਦੀ ਤਿਆਰੀ ਹੈ और ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਤੇ ਅੱਜ ਜਾਮ ਕੀਤਾ ਜਾਵੇਗਾ। ਫਿਲਹਾਲ ਇਸ ਪੂਰੀ ਖਬਰ ਤੇ ਵਧੇਰੇ ਜਾਣਕਾਰੀ ਵਾਸਤੇ ਮੇਰੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਤੋਂ ਜੁੜ ਚੁੱਕੇ ਨੇ। ਰੋਹਿਤ, ਕੀ ਕੁਝ ਤਸਵੀਰਾਂ ਤੁਹਾਡੇ ਕੋਲ ਫਿਲਹਾਲ ਵਾਸਤੇ और ਕੀ ਕੁਝ ਜਾਣਕਾਰੀ? जी बिल्कुल, इस वक्त मैं तुहानूं तस्वीरां एक बार दिखा देना कि किस तरह जिहड़ा केएमपी के उपर जिहड़ा टोल प्लाजा हैगा उस नूं फिलहाल जिहड़ा बंद कीता जा रहा हैगा। हुण तो कुछ देर बाद मान लो जिद्दां ही 8 वजे 8 वजन शायद 1-2 मिनट बाकी ने, 8 वजे तो 5-7 मिनट बाद जिहड़ा ये पूरा रोड है उस नूं जाम कर दिता जाएगा और अगले 24 घंटिਆਂ ਦੇ ਲਈ पूरा ये जिहड़ा रोड हैगा वो बंद किया जाएगा। वीरपाल ने मेरे नाल इस वक्त बीकेयू कादियां दे मैंबर ने उन्हां नाल गल करांगे। भाजी, किन्नी देर तक जिहड़ा ये टोल प्लाजा जिहड़ा पूरी तरह बंद कर दिता जाएगा और किन्नी देर दे लई कीता जाएगा? देखो जी, 8 वज चुके ने, तकरीबन 1-1.5 घंटे ਦੇ ਵਿੱਚ ਇਹ ਟੋਟਲ ਸਾਰਾ ਇਹ ਸੈਟਅਪ ਸਾਡਾ ਹੋ ਗਿਆ ਹੈ। ਸਾਰਾ ਟੋਲ ਪਲਾਜ਼ਾ 24 ਘੰਟੇ ਲਈ ਬੰਦ ਆ ਤੇ ਇਹ ਤੋਂ ਕੋਈ मूवमेंट नहीं होगी। सिर्फ और सिर्फ जो एमरजेंसी सर्विसेज ने, एंबूलेंस होगी या फायर ब्रिगेड होगी, पुलिस आ, आर्मी आ या कोई प्रेगनेंट लेडी या पेशेंट्स आ, सिर्फ वो जा सकते हैं। अदरवाइज सिंबॉलिकली टोटल बंद रहेगा कल नूं 8 वजे तक। केएमपी की जे मैं पूरे केएमपी की गल करा, किन्ने जगह ते अजिहे बैरीकेड लगाए गए हैं? क्योंकि अक्सर असीं देखते हैं कि जो बंद की कॉल दी जाती है कई बार जगह जगह ते वैसी रोकां लगा दी जांदियां कुछ नौजवानों वालों या कुछ लोगों वालों। देखो जी, ये केएमपी के ब्लॉक ने
ਪੰਜਾਬ ਦੇ ਜਾਂ ਹਰਿਆਣੇ ਦੇ ਜਾਂ ਯੂਪੀ ਦੀ ਕਿਸੇ ਸੜਕ ਦੇ ਉੱਤੇ ਕੋਈ ਬਲੌਕ ਨਹੀਂ ਹੈਗਾ। ਉਹਦਾ ਇੱਕ ਵੱਡਾ ਰੀਜ਼ਨ ਇਹ ਹੈ ਕਿ ਹਾਰਵੈਸਟਿੰਗ ਚੱਲ ਰਹੀ ਹੈ। ਹੁਣ ਦੇਖੋ ਕਣਕ ਦੀ ਵਾਢੀ ਚੱਲ ਰਹੀ ਹੈ। ਸੋ ਸਿੰਬੋਲਿਕਲੀ ਅਸੀਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਕੰਮ ਦੇ ਵਿੱਚ ਵੀ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਬੰਦ ਕਰਕੇ। ਸੋ ਉਧਰ ਗਾਜ਼ੀਪੁਰ ਵਾਲੇ ਵੀ ਉਧਰ ਕਰ ਰਹੇ ਨੇ ਤੇ ਆਪਣੇ ਇਹ ਇੱਧਰਲੇ ਆਪਣੇ ਟਿੱਕਰੀ ਸਾਈਡ ਤੇ ਵੀ ਤੇ ਆ ਆਪਣੇ ਸਿੰਘੂ ਸਾਈਡ ਵਾਲੇ ਇੱਥੇ ਕਰ ਰਹੇ ਨੇ ਜੀ ਇਹ। ਸੋ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਕੱਲਾ KMP ਨੂੰ ਜਾਮ ਕੀਤਾ ਜਾ ਰਿਹਾ, ਹੋਰ ਰੋਡ ਨਹੀਂ। ਮੈਂ ਤਸਵੀਰਾਂ ਤੁਹਾਨੂੰ ਅੱਗੇ ਦੀਆਂ ਵੀ ਦਿਖਾ ਦਿੰਦਾ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਇਹ ਜਿੱਥੋਂ ਦੀ ਗੱਡੀਆਂ ਲੰਘਦੀਆਂ ਉੱਥੇ ਮੈਟ ਵਿਛਾ ਦਿੱਤੇ ਗਏ ਨੇ, ਕਿਉਂਕਿ ਕਾਫੀ ਲੰਮਾ ਜਿਹੜਾ ਇਹ ਪ੍ਰੋਟੈਸਟ ਚੱਲਣ ਵਾਲਾ 24 ਘੰਟੇ ਤੱਕ ਜਿਹੜੇ ਲੋਕ ਨੇ, ਚਾਹੇ ਦਿਨ ਦੀ ਗੱਲ ਕਰੀਏ ਚਾਹੇ ਰਾਤ ਦੀ ਗੱਲ ਕਰੀਏ, ਉਹ ਇਸੇ ਸੜਕਾਂ ਦੇ ਉੱਤੇ ਹੀ ਸੌਣਗੇ, ਸੜਕਾਂ ਦੇ ਉੱਤੇ ਹੀ ਰਹਿਣਗੇ, ਕਿਉਂਕਿ 24 ਘੰਟੇ ਦੇ ਲਈ ਬੰਦ ਕੀਤਾ ਜਾਣਾ ਹੈਗਾ। ਔਰ ਕਹਿੰਦੇ ਕਿਉਂਕਿ ਇੱਕ ਪਾਸੇ ਵਾਢੀ ਦਾ ਸੀਜ਼ਨ ਚੱਲ ਰਿਹਾ ਹੈਗਾ, ਇਸ ਕਰਕੇ ਜਿਹੜਾ ਅਸੀਂ ਜ਼ਿਆਦਾ ਜਾਮ ਨਹੀਂ ਲਾ ਰਹੇ। ਲੱਖੋਵਾਲ ਜੀ ਮੇਰੇ ਨਾਲ ਨੇ। ਹਰਿੰਦਰ ਜੀ, ਕਿੰਨੀ ਜਗ੍ਹਾ ਤੇ ਬੰਦ ਕਰ ਰਹੇ ਹੋ ਅੱਜ ਜਿਹੜਾ KMP ਮਾਰਗ ਹੈਗਾ? KMP ਜਿੰਨੇ ਸਾਡੇ ਨਾਕੇ ਨੇ, ਟਿਕਰੀ ਬਾਰਡਰ ਹੋਇਆ, ਸਿੰਘੂ ਬਾਰਡਰ ਹੋਇਆ, ਪਲਵਲ ਬਾਰਡਰ ਹੋਇਆ, ਗਾਜ਼ੀਪੁਰ ਬਾਰਡਰ ਹੋਇਆ, ਸਾਰਿਆਂ ਦੇ ਉੱਪਰ ਅਸੀਂ ਬੰਦ ਕਰ ਰਹੇ ਹਾਂ। ਇੱਧਰ ਸਿੰਘੂ ਬਾਰਡਰ ਤੇ ਅਸੀਂ ਇਹ ਜਗ੍ਹਾ ਬੈਠੇ ਹਾਂ ਤੇ ਇੱਕ ਦੂਸਰਾ ਜਿਹੜਾ ਨਾਕਾ ਉਹ ਤੇ ਦੋ ਜਗ੍ਹਾ ਸਿੰਘੂ ਬਾਰਡਰ ਵਾਲੇ ਬੈਠਣਗੇ, ਟਿਕਰੀ ਵਾਲੇ ਟਿਕਰੀ ਜਗ੍ਹਾ ਬੈਠਣਗੇ। 8 ਵਜਣ ਵਾਲੇ ਆ, 2-4 ਮਿੰਟ ਰਹਿੰਦੇ ਆ। 8 ਵਜੇ ਅਸੀਂ ਪੂਰਨ ਤੌਰ ਤੇ ਅੱਜ ਬੰਦ ਕਰਨ ਜਾ ਰਹੇ ਹਾਂ। 24 ਘੰਟੇ ਲਈ ਕੱਲ 8 ਵਜੇ ਤੱਕ ਬੰਦ। ਪਿਛਲੇ ਬੰਦ ਦੀ ਗੱਲ ਕਰੀਏ, ਕਾਫੀ ਜ਼ਿਆਦਾ ਸ਼ਿਕਾਇਤਾਂ ਲੋਕਾਂ ਵੱਲੋਂ ਵੀ ਆਈਆਂ, ਮੀਡੀਆ ਵੱਲੋਂ ਵੀ ਆਈਆਂ ਕਿ ਮੀਡੀਆ ਕਰਮਚਾਰੀਆਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾਂਦਾ। ਕੁਝ ਅੱਜ ਅਜਿਹੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਨੂੰ ਤੰਗੀ ਪਰੇਸ਼ਾਨੀ ਉਸ ਚੀਜ਼ ਨਾਲ ਨਾ ਆਵੇ। ਨਹੀਂ, ਅਸੀਂ ਕੋਈ ਅੱਜ ਤੰਗੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਅਸੀਂ ਵਲੰਟੀਅਰਾਂ ਨੂੰ ਸਖਤ ਹਦਾਇਤਾਂ ਕਰਤੀਆਂ ਤੇ ਵਲੰਟੀਅਰ ਨੂੰ ਕਹਤਾ ਜਿਹੜਾ ਜ਼ਰੂਰੀ ਕੰਮ ਵਾਲਾ ਵੀਰ ਆ, ਕੋਈ ਵਿਆਹ ਸ਼ਾਦੀ ਵਾਲਾ ਵੀਰ ਆ, ਕੋਈ ਕਿਸੇ ਮਰਗ ਤੇ ਜਾਣ ਵਾਲਾ, ਕਿਸੇ ਦੀ ਡੈਥ ਵਾਲਾ ਜੀ, ਇਹੋ ਜਿਹੇ ਕੋਈ ਵੀ ਬੰਦੇ ਜ਼ਰੂਰੀ ਕੰਮ ਦੱਸ ਦੂਗਾ ਉਹਨੂੰ ਅਸੀਂ ਲੰਘਣ ਦਵਾਂਗੇ। ਕਿੰਨੇ ਘੰਟਿਆਂ ਦੇ ਲਈ? 24 ਘੰਟੇ ਤੁਸੀਂ ਕਿਹਾ ਹੈਗਾ। ਰਾਤ ਨੂੰ ਵੀ ਫਿਰ ਵਰਕਰ ਇੱਥੇ ਰਹਿਣਗੇ? ਰਾਤ ਨੂੰ ਵੀ ਇਸੇ ਤਰ੍ਹਾਂ ਹੀ ਜਾਮ ਰਹੇਗਾ? ਪੱਕੇ ਤੌਰ ਤੇ ਰਾਤ ਨੂੰ ਵੀ ਅਸੀਂ ਇੱਥੇ ਹੀ ਰਹਾਂਗੇ। 8 ਤੋਂ 8 ਵਜੇ ਕੱਲ ਨੂੰ ਖੋਲਾਂਗੇ ਅਸੀਂ। ਕੀ ਲੱਗ ਰਿਹਾ ਸਰਕਾਰ ਤੇ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਹੈ, ਸੰਕੇਤਕ ਕਹਿ ਸਕਦੇ ਹਾਂ? ਠੀਕ ਹੈ, ਤੁਸੀਂ ਬੜੇ ਇਸ ਖਬਰ ਤੇ ਅੱਗੇ ਵੀ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਹਾਂਗੇ। ਫਿਲਹਾਲ ਤਸਵੀਰਾਂ ਤੁਹਾਨੂੰ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਦੀਆਂ ਦਿਖਾ ਰਹੇ ਸੀ, ਜਿੱਥੇ ਕਿ ਫਿਲਹਾਲ ਕਿਸਾਨ ਆਗੂ ਵੀ ਪਹੁੰਚ ਚੁੱਕੇ ਨੇ ਔਰ ਅੱਜ ਪੂਰੀ ਮੋਰਚਾਬੰਦੀ ਹੋਣੀ ਹੈ। ਅੱਜ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਹੁੰਗਾਰਾ ਦੇਣ ਦੀ ਕੋਸ਼ਿਸ਼ ਕਰਨੀ ਆਪਣੇ ਇਸ ਪੂਰੇ ਅੰਦੋਲਨ ਨੂੰ ਔਰ ਸਰਕਾਰ ਨੂੰ ਇੱਕ ਵਾਰ ਜਗਾਉਣ ਦੀ ਕਵਾਇਦ ਦੇ ਵਿੱਚ। ਫਿਰ ਤੋਂ ਕਿਸਾਨ KMP ਐਕਸਪ੍ਰੈਸਵੇ ਤੇ ਆਗੇ ਨੇ ਔਰ ਵੱਖ-ਵੱਖ ਥਾਵਾਂ ਤੇ ਧਰਨਾ ਲਗਾਇਆ ਜਾਵੇਗਾ ਔਰ ਪੂਰੇ 24 ਘੰਟੇ ਵਾਸਤੇ KMP ਨੂੰ ਘੇਰਨ ਦੀ ਕੋਸ਼ਿਸ਼ ਜਿਹੜੀ ਹੈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਉਧਰ KMP ਪ੍ਰਦਰਸ਼ਨ ਦੇ ਵਿੱਚ ਵੀ ਅੱਜ ਲੱਖਾ ਸਦਾਣਾ ਵੀ ਅੱਜ ਸ਼ਾਮਿਲ ਹੋਵੇਗਾ। ਲੱਖਾ ਸਦਾਣਾ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਔਰ 26 ਜਨਵਰੀ ਦੀ ਹਿੰਸਾ ਦਾ ਇਨਾਮੀ ਮੁਲਜ਼ਮ ਹੈ ਲੱਖਾ। ਗ੍ਰਿਫਤਾਰੀ ਤੋਂ ਨਹੀਂ ਡਰਦਾ, ਲੱਖਾ ਸਦਾਣਾ ਵੱਲੋਂ ਇੱਕ ਗੱਲ ਕਹੀ ਗਈ। 26 ਜਨਵਰੀ ਹਿੰਸਾ ਦੇ ਵਿੱਚ ਨਹੀਂ ਸੀ ਮੇਰਾ ਹੱਥ, ਇਹ ਵੀ ਸਦਾਣਾ ਵੱਲੋਂ ਕਿਹਾ ਗਿਆ। ਤੁਹਾਨੂੰ ਦੱਸ ਦਈਏ ਕਿ ਕੱਲ ਵੀ ਖਬਰਾਂ ਆਈਆਂ ਸੀ ਕਿ ਲੱਖਾ ਸਦਾਣਾ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਕੂਚ ਕੀਤਾ ਜਾਣਾ ਹੈ ਔਰ ਲੱਖਾ ਸਦਾਣਾ ਕੱਲ ਆਪਣੇ ਕਾਫਲੇ ਦੇ ਨਾਲ ਰਵਾਨਾ ਵੀ ਹੋਇਆ ਔਰ ਸਿੱਧੇ ਸੰਗਰੂਰ ਤੋਂ ਲੱਖਾ ਸਦਾਣਾ ਦਿੱਲੀ ਵੱਲ ਰਵਾਨਾ ਹੋਇਆ ਔਰ ਅੱਜ KMP ਪ੍ਰਦਰਸ਼ਨ ਦੇ ਵਿੱਚ ਵੀ ਸ਼ਾਮਿਲ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਲੱਖਾ ਸਦਾਣਾ ਦੇ ਸਿਰ ਤੇ ਇਨਾਮ ਵੀ ਘੋਸ਼ਿਤ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ, ਪਰ ਲੱਖਾ ਸਦਾਣਾ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਮੈਂ ਕਿਸੇ ਗ੍ਰਿਫਤਾਰੀ ਤੋਂ ਨਹੀਂ ਡਰਦਾ ਔਰ 26 ਜਨਵਰੀ ਹਿੰਸਾ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਸੀ। ਹਾਲਾਂਕਿ ਕਲੀਨ ਚਿੱਟ ਜੋ ਹੈ ਉਹ ਕਿਸਾਨ ਆਗੂਆਂ ਵੱਲੋਂ ਵੀ ਲੱਖਾ ਸਦਾਣਾ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਲੱਖਾ ਸਦਾਣਾ ਨੇ ਹੁਣ ਸਿੱਧੇ ਦਿੱਲੀ ਮੋਰਚੇ ਦਾ ਇੱਕ ਵਾਰ ਫਿਰ ਤੋਂ ਰੁਖ ਕੀਤਾ ਹੈ। ਜੀ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆਇਆ ਕਿ ਜਦੋਂ ਅਸੀਂ ਲੜ ਰਹੇ ਹਾਂ ਨਾ ਤੇ ਅਸੀਂ ਜੇਲ੍ਹਾਂ ਤੋਂ ਨਹੀਂ ਭੱਜ ਸਕਦੇ। ਅਸੀਂ ਸਰਕਾਰ ਨੇ ਝੂਠੇ ਮੁਕੱਦਮੇ ਵੀ ਦੇਣੇ ਆ, ਤਸ਼ੱਦਦ ਵੀ ਕਰਨਾ, ਸੋਡੇ ਤੇ ਬੜੇ ਪ੍ਰਾਪੇ ਗੰਡੇ ਵੀ ਕਰਨੇ, ਤੁਹਾਨੂੰ ਬਦਨਾਮ ਵੀ ਕਰਨਾ, ਤੁਹਾਨੂੰ ਜੇਲ੍ਹਾਂ 'ਚ ਵੀ ਤੁੰਦਣਾ, ਫੜ ਲੈਣ। ਅਸੀਂ ਭੱਜੇ ਹੀ ਨਹੀਂ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਦੇਖੋ ਅੰਦੋਲਨ ਦੀ ਜਿੱਤ ਨਾਲ ਖੜੇ ਆ। ਇਹਦੇ ਲਈ ਦੇਖੋ ਮੈਨੂੰ ਲੱਗਦਾ ਕਿ ਜੇ ਮੈਂ ਰੂਪੋਸ਼ ਹੋ ਕੇ ਜ਼ਿਆਦਾ ਯੋਗਦਾਨ ਪਾ ਸਕਦਾ ਤਾਂ ਮੈਂ ਰੂਪੋਸ਼ ਹੋ ਗਿਆ। ਜੇ ਮੈਨੂੰ ਲੱਗਦਾ ਕਿ ਯਾਰ ਮੈਂ ਕੱਲ ਨੂੰ ਫੜਿਆ ਜਾਊਂਗਾ ਤਾਂ ਮੈਂ ਗ੍ਰਿਫਤਾਰੀ ਵੀ ਦੇ ਦੂੰਗਾ, ਮੈਨੂੰ ਕੋਈ ਚੱਕਰ ਨਹੀਂ, ਫੜ ਦੇਣਾ, ਮੈਨੂੰ ਅੰਦਰ ਬੈਠਣਾ ਹੀ ਮਨਜ਼ੂਰ ਆ, ਬਿਠਾ ਲੈਣ। ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਅੰਦੋਲਨ ਆ ਜਿੱਤਣਾ ਚਾਹੀਦਾ। ਹੁਣ ਗੱਲ ਕਰਾਂਗੇ ਫਸਲ ਖਰੀਦ ਦੀ। ਪੰਜਾਬ ਦੇ ਵਿੱਚ ਅੱਜ ਤੋਂ ਫਸਲ ਖਰੀਦ ਦੀ ਪੂਰੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਸਿੱਧੀ ਅਦਾਇਗੀ ਦੇ ਰੇੜਕੇ ਵਿਚਾਲੇ ਖਰੀਦ ਸ਼ੁਰੂ ਹੋ ਰਹੀ ਹੈ ਔਰ ਕਣਕ ਖਰੀਦ ਦੇ ਲਈ ਮੰਡੀਆਂ ਦੇ ਵਿੱਚ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਨੇ। ਕੋਰੋਨਾ ਦੇ ਚੱਲਦਿਆਂ ਮੰਡੀਆਂ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਸ ਵਾਰ ਕਰੀਬ 4000 ਖਰੀਦ ਕੇਂਦਰ ਬਣਾਏ ਗਏ ਨੇ ਔਰ ਮੰਡੀਆਂ ਦੇ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਦੀ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਇਸ ਦੇ ਨਾਲ 130 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਇਸ ਵਾਰ ਦਾ ਰੱਖਿਆ ਗਿਆ ਹੈ। ਪਰ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸਿੱਧੀ ਅਦਾਇਗੀ ਦਾ ਮਸਲਾ ਇਸ ਵੇਲੇ ਰੇੜਕਾ ਬਣਿਆ ਹੋਇਆ, ਜਿਸ ਨੂੰ ਲੈ ਕੇ ਆੜਤੀਆਂ ਦੇ ਵਿੱਚ ਬੇਹੱਦ ਰੋਸ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਮੁੱਖ ਮੰਤਰੀ ਕੈਪਟਨ ਨਾਲ ਵੀ ਆੜਤੀਆਂ ਦੀ ਇੱਕ ਮੀਟਿੰਗ ਹੋਈ ਸੀ, ਪਰ ਉਹ ਮੀਟਿੰਗ ਬਿਲਕੁਲ ਬੇਸਿੱਟਾ ਰਹੀ ਸੀ ਔਰ ਜਿਸ ਤੋਂ ਬਾਅਦ ਆੜਤੀਆਂ ਵੱਲੋਂ
ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਅਸੀਂ ਹੁਣ ਹੜਤਾਲ ਤੇ ਜਾਵਾਂਗੇ। ਤੇ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਫਸਲ ਖਰੀਦ ਸ਼ੁਰੂ ਹੋਣੀ ਹੈ। ਹਾਲਾਂਕਿ 1 ਅਪ੍ਰੈਲ ਤੋਂ ਫਸਲ ਖਰੀਦ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ 10 ਦਿਨ ਦੇ ਡਿਲੇ ਦੇ ਨਾਲ ਇਹ ਫਸਲ ਖਰੀਦ ਕੀਤੀ ਜਾ ਰਹੀ ਹੈ ਔਰ ਕੋਰੋਨਾ ਨੂੰ ਲੈ ਕੇ ਮੰਡੀਆਂ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕਰ ਦਿੱਤੇ ਗਏ ਨੇ ਔਰ ਇਸ ਵਾਰ 130 ਲੱਖ ਮੈਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਵੀ ਰੱਖਿਆ ਗਿਆ ਹੈ। ਉਧਰ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸਿੱਧੀ ਅਦਾਇਗੀ ਤੇ ਹੁਣ ਦੀ ਤਸਵੀਰ ਜਿਹੜੀ ਹੈ, ਹੁਣ ਵੀ ਤਸਵੀਰ ਸਾਫ਼ ਨਹੀਂ ਹੈ। ਪੰਜਾਬ ਸਰਕਾਰ ਹੁਣ ਤੱਕ ਨਹੀਂ ਕੋਈ ਵੀ ਫੈਸਲਾ ਲੈ ਸਕੀ ਹੈ ਔਰ ਕੇਂਦਰ ਦੇ ਇਨਕਾਰ ਤੋਂ ਬਾਅਦ ਅਦਾਇਗੀ ਤੇ ਫਸਿਆ ਹੋਇਆ ਪੇਚ ਅਜੇ ਵੀ ਬਰਕਰਾਰ ਹੈ। ਆੜ੍ਹਤੀਆਂ ਨੇ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ ਔਰ ਅੱਜ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਅੱਜ ਆੜ੍ਹਤੀ ਜੋ ਐਸੋਸੀਏਸ਼ਨ ਦੇ तमाम लोग ने आड़ती एसोसीएशन के नाल जुड़े हुए सारे मीटिंग करनगे। लुधियाना दे विच मीटिंग होनी है जिस तो बाद अगली रणनीति तैयार की जाएगी कि आखिरकार फसल दी इस खरीद प्रक्रिया नूं किस तरह मुकम्मल किया जाए, किस तरह अमल दे विच लेके आया जाए, उस ते भी विचार चर्चावां कीतियां जाणगियां। तां पंजाब दे विच कणक दी सरकारी खरीद अज तो शुरू है पर सिद्धी अदायगी ते हुण तक भी तस्वीर साफ नहीं है। अजे तक भी एक क्लीयर नहीं हो सकिया कि आखिर सिद्धी डायरैक्ट पेमेंट जिहड़ी है वो किसानां दे खाते दे विच जावेगी या फिर आड़तियां दे जरिए ये पेमेंट की जाएगी, जिस नूं लैके आड़तियां दे विच भी भारी रोस देखण नूं मिल रहा है। उधर सरकार वालों बेशक कहा जा रहा है कि केंद्र दी सरकार वालों फैसला सीधी अदायगी वाला नहीं बदलिया जा रहा, पर विरोधियों नूं लग रहा है कि केंद्र दी सरकार अगे पंजाब ने आड़तियां दा पक्ष मजबूती दे नाल रखना ही नहीं। ਅਦਾਇਗੀ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਕੋਰੀ ਨਾ ਜਿਹੜੀ ਕੀਤੀ ਆ, ਉਹਨੇ ਜਿੱਥੇ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਸਖਤੀ ਤੇ ਕਿੜ ਕੱਢਣ ਦੇ ਵਰਤਾਓ ਨੂੰ ਸਪਸ਼ਟ ਕੀਤਾ, ਉੱਥੇ ਪੰਜਾਬ ਸਰਕਾਰ ਤੇ ਕੇਂਦਰ ਦੀ ਮਿਲੀ ਭੁਗਤ ਵੀ ਜਗ ਜ਼ਾਹਰ ਹੋਈ ਆ। ਪੰਜਾਬ ਦੇ ਵਜ਼ੀਰਾਂ ਦੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੀਟਿੰਗ ਤੋਂ ਬਾਹਰ ਆਉਂਦਿਆਂ ਜਿਸ ਤਰ੍ਹਾਂ ਦੇ ਪ੍ਰਭਾਵ ਪੰਜਾਬ ਦੇ ਮੰਤਰੀਆਂ ਵੱਲੋਂ ਦਿੱਤੇ ਗਏ, ਖਾਸ ਤੌਰ ਤੇ ਵਿੱਤ ਮੰਤਰੀ ਜੀ ਵੱਲੋਂ ਦਿੱਤੇ ਗਏ, ਉਹ ਤੋਂ ਸਪਸ਼ਟ ਸੀ ਕਿ ਇਹ ਪਹਿਲੇ ਹੀ ਤੈਅ ਹੋ ਚੁੱਕਿਆ ਸੀ, ਪਹਿਲਾਂ ਹੀ ਪੰਜਾਬ ਸਰਕਾਰ ਜਾਣੂ ਸੀ। ਸਾਨੂੰ ਇਸ ਗੱਲ ਦਾ ਇਤਰਾਜ਼ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆੜਤੀ ਭਾਈਚਾਰੇ ਨੂੰ ਭੁਲੇਖੇ 'ਚ ਰੱਖਿਆ, ਕਿਸਾਨ ਭਾਈਚਾਰੇ ਨੂੰ ਭੁਲੇਖੇ 'ਚ ਰੱਖਿਆ। ਕੱਲ ਪੰਜਾਬ ਸਰਕਾਰ ਦੇ ਕੁਝ ਮੰਤਰੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲ ਕੇ ਆਏ ਨੇ ਔਰ ਉਹਨਾਂ ਸਾਹਮਣੇ ਸਾਰੇ ਹਥਿਆਰ ਹੀ ਸਿੱਟੇ ਆਏ। ਉਹ ਕਹਿੰਦੇ ਉਹਨਾਂ ਨੇ ਉਹ ਤਾਂ ਆਪਦੀਆਂ ਉਹਦੀਆਂ ਚਾਲਾਂ ਚੱਲ ਹੀ ਰਹੇ ਆ ਵੀ ਆੜਤੀ ਅਤੇ ਕਿਸਾਨ ਲੜ ਪੈਣ ਤੇ ਜਿਹੜਾ ਸੰਘਰਸ਼ ਆ ਸਾਡਾ, ਜਿਹੜਾ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਲਾ, ਉਹ ਕਮਜ਼ੋਰ ਹੋ ਜੇ। ਸੋ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੋਏਗੀ। ਪੰਜਾਬ ਸਰਕਾਰ ਨੂੰ ਚਾਹੀਦਾ ਵੀ ਚੰਗੀ ਤਰ੍ਹਾਂ ਤਕੜੇ ਹੋ ਕੇ ਖੜਨ, ਪਰ ਇਹਨਾਂ ਦੀਆਂ ਫਾਈਲਾਂ ਉਹਨਾਂ ਕੋਲੇ। ਸੋ ਬੜੇ ਅਫਸੋਸ ਦੀ ਗੱਲ ਆ ਵੀ ਜਿਹੜੇ ਆਪਦੇ ਹਥਿਆਰ ਤੇ। ਹੁਣ ਗੱਲ ਕਰਾਂਗੇ ਕਣਕ ਦੀ ਕਾਲਾ ਬਾਜ਼ਾਰੀ ਦੀ, ਜਿਸ ਦੇ ਖਿਲਾਫ ਸਰਕਾਰ ਵੱਲੋਂ ਐਕਸ਼ਨ ਵੀ ਵਿੱਢਿਆ ਗਿਆ ਹੈ। ਸੂਬੇ ਦੀਆਂ 3 ਫਰਮਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ। ਬਠਿੰਡਾ ਦੀਆਂ 2 ਔਰ ਫਿਰੋਜ਼ਪੁਰ ਦੀ 1 ਫਰਮ ਦੇ ਖਿਲਾਫ ਕੇਸ ਦਰਜ ਕੀਤੇ ਗਏ। ਫੂਡ ਸਪਲਾਈ ਵਿਭਾਗ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਬੋਗਸ ਬਿਲਿੰਗ ਦੇ ਖਿਲਾਫ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ। ਭਾਰਤ ਭੂਸ਼ਣ ਆਸ਼ੂ ਵੱਲੋਂ ਖੁਰਾਕ ਮੰਤਰੀ ਵੱਲੋਂ ਇਹ ਗੱਲ ਕਹੀ ਗਈ ਔਰ ਬਠਿੰਡਾ ਤੇ ਰੋਪੜ ਦੇ ਵਿੱਚ ਬਾਹਰੋਂ ਆਈ ਕਣਕ ਦੇ ਟਰਾਲੀ ਜੋ ਹੈ ਉਹ ਫੜੀ ਗਈ ਸੀ। ਤਾਂ ਕਣਕ ਦੇ ਬਾਹਰੋਂ ਟਰਾਲੇ ਆਏ ਹੋਏ ਸਨ ਜਿਨ੍ਹਾਂ ਨੂੰ ਫੜਿਆ ਗਿਆ ਸੀ ਬਠਿੰਡਾ ਤੇ ਰੋਪੜ ਦੇ ਵਿੱਚ, ਜਿਸ ਤੋਂ ਬਾਅਦ ਇਹ ਸਾਰਾ ਐਕਸ਼ਨ ਲਿਆ ਗਿਆ ਔਰ ਫੂਡ ਸਪਲਾਈ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਕਣਕ ਦੀ ਕਾਲਾਬਾਜ਼ਾਰੀ ਦੇ ਖਿਲਾਫ ਸਰਕਾਰ ਵੱਲੋਂ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ। ਸੂਬੇ ਦੀਆਂ 3 ਫਰਮਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ। ਬਠਿੰਡਾ ਦੀਆਂ 2 ਤੇ ਫਿਰੋਜ਼ਪੁਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਸ ਦੇ ਨਾਲ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੋਗਸ ਬਿਲਿੰਗ ਦੇ ਖਿਲਾਫ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੇ ਰੋਪੜ ਦੇ ਵਿੱਚ ਬਾਹਰੋਂ ਆਈ ਕਣਕ ਦੇ ਟਰੱਕ ਜਿਹੜੇ ਨੇ ਉਹ ਫੜੇ ਗਏ ਸੀ ਔਰ ਖੁਦ ਕਿਸਾਨਾਂ ਨੇ ਟਰੱਕ ਫੜੇ ਸੀ ਔਰ ਉਸ ਤੋਂ ਬਾਅਦ ਧਰਨਾ ਲਗਾ ਦਿੱਤਾ ਸੀ ਕਿ ਜਦੋਂ ਤੱਕ ਐਕਸ਼ਨ ਨਹੀਂ ਕੋਈ ਲਿਆ ਜਾਂਦਾ ਤਾਂ ਉਦੋਂ ਤੱਕ ਧਰਨੇ ਖਤਮ ਨਹੀਂ ਕੀਤੇ ਜਾਣਗੇ ਔਰ ਇਸ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਇਹ ਐਕਸ਼ਨ ਲਿਆ ਗਿਆ ਹੈ।
ਉਧਰ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਤੋਂ ਆ ਰਹੀ ਕਣਕ ਨੂੰ ਲੈ ਕੇ ਬੀਜੇਪੀ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਬੀਜੇਪੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਦੇ ਲਈ ਕੇਂਦਰ ਨੂੰ ਵੀ ਲਿਖਣਗੇ। ਦੇਖੋ 22 ਟਰੱਕ ਬਠਿੰਡੇ ਤੋਂ ਫੜੇ ਗਏ ਨੇ। ਇਹ 22 ਟਰੱਕ ਕੌਣ ਲਿਆ ਰਿਹਾ ਸੀ? ਕਾਂਗਰਸ ਦੇ ਨੇਤਾ, ਐਮਐਲਏ, ਮੰਤਰੀ ਇੱਕੋ ਕੰਮ ਲੱਗੇ ਨੇ ਕਿ ਬਾਹਰੋਂ ਚਾਹੇ ਉਹ ਧਾਨ ਸੀ 1.5 ਲੱਖ ਟਨ ਚੁੱਕਿਆ ਜਾਣਾ ਸੀ, 2 ਲੱਖ ਟਨ ਕਿੱਥੋਂ ਆ ਗਿਆ, ਚਾਹੇ ਹੁਣ ਗੇਹੂੰ ਹੈ, ਇਹ ਬਾਹਰੋਂ ਲਿਆ ਕੇ ਪੰਜਾਬ ਦੇ ਕਿਸਾਨ ਦਾ ਹੱਕ ਮਾਰਿਆ ਜਾ ਰਿਹਾ। ਅੱਜ ਬਠਿੰਡੇ ਕਿਸਾਨਾਂ ਨੇ ਉਹ ਟਰੱਕ ਫੜੇ ਨੇ, ਰੋਪੜ ਫੜੇ ਨੇ, ਪੰਜਾਬ ਦੀ ਹਰ ਮੰਡੀ 'ਚ ਬਾਹਰੋਂ ਟਰੱਕ ਲਿਆ ਕੇ ਵੇਚੇ ਜਾ ਰਹੇ। ਇਹ ਪੰਜਾਬ ਦੇ ਕਿਸਾਨ ਦੇ ਨਾਲ ਧੱਕਾ ਹੈ। ਸਾਨੂੰ ਕੇਂਦਰ ਦੀ ਜਿਹੜੀ ਸਕੀਮ ਹੈ ਡਾਇਰੈਕਟ ਬੈਂਕ ਟ੍ਰਾਂਸਫਰ ਫॉर ਫਾਰਮਰਸ, ਉਹਦਾ ਹੀ ਲਾਭ ਹੋਣ ਵਾਲਾ ਹੈ। ਉਹ ਜਦੋਂ ਮਾਲ ਅਸੀਂ ਵੇਚਾਂਗੇ ਸਾਡੇ ਅਕਾਊਂਟ 'ਚ ਪੈਸਾ ਆਏਗਾ ਤੇ ਬਾਹਰ ਦਾ ਕੋਈ ਵੀ ਬੰਦਾ ਪੰਜਾਬ ਦੇ ਕਿਸਾਨ ਦਾ ਹੱਕ ਨਹੀਂ ਖਾ ਪਾਏਗਾ।